Welcome back everyone to the official YouTube channel of Yes Academy. I am Yogesh. As you know कि ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਲੈਕਚਰਸ ਦੇ ਵਿੱਚ ਆਪਾਂ ਸੋਇਲ ਡਿਸਕਸ ਕਰ ਰਹੇ ਸੀ। ਲਾਸਟ ਲੈਕਚਰ ਦੇ ਵਿੱਚ ਆਪਾਂ ਬੇਸਿਕਸ ਆਫ ਸ਼ੀਅਰ ਸਟਰੈਂਥ ਫॉर ਸੋਇਲ ਡਿਸਕਸ ਕੀਤੇ ਸੀ। ਅੱਜ ਆਪਾਂ ਸ਼ੀਅਰ ਸਟਰੈਂਥ ਵਾਲੇ ਟੈਸਟ ਪੜ੍ਹਨੇ ਨੇ ਜਿਨ੍ਹਾਂ ਟੈਸਟਸ ਨਾਲ ਆਪਾਂ ਸੋਇਲ ਦੀ ਜਿਹੜੀ ਸ਼ੀਅਰ ਸਟਰੈਂਥ ਹੁੰਦੀ ਉਹ ਕੈਲਕੂਲੇਟ ਕਰਦੇ ਹਾਂ, ਚਾਹੇ ਇਨ ਫੀਲਡ ਹੋਵੇ ਚਾਹੇ ਇਨ ਲੈਬ ਹੋਵੇ। ਸਭ ਤੋਂ ਪਹਿਲਾਂ ਤੇ ਸਭ ਤੋਂ 올ਡ ਜਿਹੜਾ ਆਪਾਂ ਟੈਸਟ ਯੂਜ਼ ਕਰ ਰਹੇ ਹਾਂ that is shear box test। ਇਸੇ ਟੈਸਟ ਨੂੰ ਡਾਇਰੈਕਟ ਸ਼ੀਅਰ ਟੈਸਟ ਵੀ ਬੋਲ ਦਿੰਦੇ ਆ। ਡਾਇਰੈਕਟ ਸ਼ੀਅਰ ਤੋਂ ਮਤਲਬ ਕੀ ਹੈ? ਡਾਇਰੈਕਟਲੀ ਸ਼ੀਅਰ ਅਪਲਾਈ ਕੀਤਾ ਜਾਂਦਾ ਹੈ ਸੋਇਲ ਦੇ ਉੱਪਰ, ਯਾਨੀ ਕਿ ਆਪਾਂ ਫੋਰਸ ਕਿਹੜੀ ਅਪਲਾਈ ਕਰਦੇ ਹਾਂ? ਸ਼ੀਅਰ ਫੋਰਸ ਅਪਲਾਈ ਕਰਦੇ ਹਾਂ। ਇਸ ਟੈਸਟ ਦੇ ਵਿੱਚ ਕੀ ਕਰਦੇ ਨੇ? ਸਭ ਤੋਂ ਪਹਿਲਾਂ ਤੇ ਇਹਦਾ ਆਪਰੇਟਸ ਕੁਝ ਇਸ ਤਰੀਕੇ ਦਾ ਹੁੰਦਾ। ਉਸ ਆਪਰੇਟਸ ਦੇ ਦੋ ਪਾਰਟਸ ਹੁੰਦੇ ਆ, ਇੱਕ ਬਾਟਮ ਪਾਰਟ ਹੁੰਦਾ, ਇੱਕ ਅਪਰ ਕਵਰ ਹੁੰਦਾ ਹੈ। ਇਹਦੇ ਵਿੱਚ ਆਪਾਂ ਸੈਂਪਲ ਪਲੇਸ ਕਰਦੇ ਹਾਂ, ਸਕੁਅਰ ਸ਼ੇਪਡ ਸੈਂਪਲ ਸੋਇਲ ਦਾ ਪਲੇਸ ਕਰਦੇ ਹਾਂ। ਇਸ ਸੈਂਪਲ ਨੂੰ ਜਦੋਂ ਪਲੇਸ ਕਰਦੇ ਹਾਂ, ਜਿਹੜਾ ਨੀਚੇ ਵਾਲਾ ਪੋਰਸ਼ਨ ਹੁੰਦਾ ਹੈ ਇਹ ਫਿਕਸ ਹੁੰਦਾ ਹੈ ਮਸ਼ੀਨ ਦੇ ਨਾਲ। ਜਿਹੜਾ ਨੀਚੇ ਵਾਲਾ ਪੋਰਸ਼ਨ ਹੁੰਦਾ ਹੈ ਸ਼ੀਅਰ ਬਾਕਸ ਟੈਸਟ ਦੇ ਵਿੱਚ ਇਹ ਫਿਕਸ ਹੁੰਦਾ ਹੈ ਮਸ਼ੀਨ ਦੇ ਨਾਲ। ਉੱਪਰ ਵਾਲਾ ਜਿਹੜਾ ਪੋਰਸ਼ਨ ਹੁੰਦਾ ਆਪਾਂ ਸੈਂਪਲ ਰੱਖਣ ਤੋਂ ਬਾਅਦ ਉੱਪਰੋਂ ਨੂੰ ਪੋਰਸ਼ਨ ਨੂੰ ਕਵਰ ਕਰ ਦਿੰਦੇ ਹਾਂ। ਜਦੋਂ ਆਪਾਂ ਇਸ ਸ਼ੀਅਰ ਟੈਸਟ ਨੂੰ ਪਰਫਾਰਮ ਕਰਨਾ ਸ਼ੁਰੂ ਕਰਦੇ ਹਾਂ, ਡਾਇਰੈਕਟ ਸ਼ੀਅਰ ਟੈਸਟ ਨੂੰ, ਤਾਂ ਇਹਦੇ ਵਿੱਚ ਉੱਪਰੋਂ ਇੱਕ ਯੂਨੀਫਾਰਮ ਪ੍ਰੈਸ਼ਰ ਅਪਲਾਈ ਹੋ ਰਿਹਾ ਹੁੰਦਾ, ਜਿਹਨੂੰ ਆਪਾਂ ਨਾਰਮਲ ਪ੍ਰੈਸ਼ਰ ਕਿਹਾ ਸੀਗਾ। ਤਾਂ ਇੱਥੋਂ ਇੱਕ ਨਾਰਮਲ ਪ੍ਰੈਸ਼ਰ ਅਪਲਾਈ ਹੋ ਰਿਹਾ ਹੈ ਸੋਇਲ ਦੇ ਉੱਪਰ। ਤਾਂ ਜਿਹੜਾ ਇਹ ਨਾਰਮਲ ਪ੍ਰੈਸ਼ਰ ਅਪਲਾਈ ਹੋ ਰਿਹਾ ਹੈ ਇਹਨੂੰ ਆਪਾਂ ਯੂਜ਼ ਕਰਦੇ ਹਾਂ ਅੱਗੇ ਥੀਟਾ ਕੈਲਕੂਲੇਟ ਕਰਨ ਦੇ ਲਈ। ਕਿਵੇਂ ਯੂਜ਼ ਕਰਦੇ ਹਾਂ ਆਪਾਂ ਦੇਖਦੇ ਹਾਂ ਅੱਗੇ। ਤਾਂ ਇਸ ਟੈਸਟ ਦੇ ਵਿੱਚ ਕੀ ਕਰਦੇ ਨੇ? ਹੁਣ ਨੀਚੇ ਵਾਲਾ ਪੋਰਸ਼ਨ ਫਿਕਸ ਹੈ, ਉੱਪਰਲੇ ਪੋਰਸ਼ਨ ਉੱਪਰ ਫੋਰਸ ਲਗਾਉਣੀ ਸ਼ੁਰੂ ਕਰਦੇ ਆ ਇਸ ਡਾਇਰੈਕਸ਼ਨ ਦੇ ਵਿੱਚ। ਹੁਣ ਜੇਕਰ ਮੈਂ ਉੱਪਰ ਵਾਲੇ ਪੋਰਸ਼ਨ ਨੂੰ ਇਸ ਡਾਇਰੈਕਸ਼ਨ ਵੱਲ ਖਿੱਚਣ ਦੀ ਕੋਸ਼ਿਸ਼ ਕਰੂੰਗਾ, ਮੂਵ ਕਰਵਾਉਣ ਦੀ ਕੋਸ਼ਿਸ਼ ਕਰੂੰਗਾ, ਤਾਂ ਆਪਾਂ ਨੂੰ ਪਤਾ ਹੈ ਇਸ ਥਾਂ ਦੇ ਉੱਪਰ ਜਿਹੜਾ ਵੀ ਇੱਕ ਪਲੇਨ ਹੋਊਗਾ ਉਸ ਪਲੇਨ ਦੇ ਉੱਪਰ ਵਾਲੀ ਸੋਇਲ ਇਸ ਪਾਸੇ ਨੂੰ ਮੂਵ ਕਰ ਰਹੀ ਹੈ, ਨੀਚੇ ਵਾਲੀ ਸੋਇਲ ਨੂੰ ਜਿਹੜਾ ਇਹ ਆਪਰੇਟਸ ਹੈ ਉਹ ਸਟੇਬਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਯਾਨੀ ਕਿ ਜਿਹੜਾ ਇਸ ਥਾਂ ਦੇ ਉੱਤੇ ਆਹ ਪਲੇਨ ਹੋਊਗਾ ਇਸ ਪਾਸੇ ਇਸ ਡਾਇਰੈਕਸ਼ਨ 'ਚ ਮੋਸ਼ਨ ਹੋਗੀ, ਨੀਚੇ ਵਾਲੀ ਸਾਈਡ ਇਸ ਡਾਇਰੈਕਸ਼ਨ 'ਚ ਮੋਸ਼ਨ ਹੋਗੀ, ਯਾਨੀ ਕਿ ਇੱਕ ਸ਼ੀਅਰ ਪਲੇਨ ਬਣ ਗਿਆ। ਤਾਂ ਐਟ ਅ ਪਾਰਟਿਕੂਲਰ ਲੋਡ ਕੀ ਹੋਊਗਾ? ਸੋਇਲ ਸਡਨਲੀ ਹੌਰੀਜ਼ੌਂਟਲੀ ਮੂਵ ਕਰ ਜੂਗੀ, ਯਾਨੀ ਕਿ ਸੋਇਲ ਇਸੇ ਪਲੇਨ ਦੇ ਅਲੋਂਗ ਫੇਲ ਕਰ ਜੂਗੀ। ਉਸੇ ਲੋਡ ਨੂੰ ਆਪਾਂ ਸੋਇਲ ਦੀ ਐਜ਼ ਅ ਸ਼ੀਅਰ ਸਟਰੈਂਥ ਕੰਸੀਡਰ ਕਰਾਂਗੇ। ਜਿੰਨਾ ਮੈਕਸਿਮਮ ਲੋਡ, ਜਿੰਨੀ ਮੈਕਸਿਮਮ ਫੋਰਸ ਇੱਥੋਂ ਸੋਇਲ ਨੇ ਹੈਂਡਲ ਕਰ ਲਈ ਫੇਲਿਅਰ ਹੋਣ ਤੋਂ ਪਹਿਲਾਂ, ਤਾਂ ਆਵਲੇ ਸਰਫੇਸ ਦਾ ਏਰੀਆ ਆਪਾਂ ਨੂੰ ਪਤਾ ਹੋਊਗਾ। ਤਾਂ ਇੱਥੋਂ ਆਪਾਂ ਟਾਓ ਕਾਦੇ ਬਰਾਬਰ ਲਿਖਾਂਗੇ? ਫੋਰਸ ਅਪਨ ਏਰੀਆ। ਇਹ ਹੈਗਾ ਡਾਇਰੈਕਟ ਸ਼ੀਅਰ ਟੈਸਟ। ਇਹਦੀਆਂ ਕੁਝ ਕੁ ਡਰਾਬੈਕਸ ਹੈ। ਡਰਾਬੈਕਸ ਕੀ ਨੇ ਜੇ ਆਪਾਂ ਇਹਦੀਆਂ ਲਿਮਿਟੇਸ਼ਨਸ ਦੇਖੀਏ? ਇਹਦੀ ਜਿਹੜੀ ਸਭ ਤੋਂ ਪਹਿਲੀ ਲਿਮਿਟੇਸ਼ਨ ਹੈ, ਆਪਾਂ ਸੋਇਲ ਨੂੰ ਸਿਰਫ ਤੇ ਸਿਰਫ ਹੌਰੀਜ਼ੌਂਟਲ ਡਾਇਰੈਕਸ਼ਨ 'ਚ ਫੇਲ ਕਰਵਾ ਕੇ ਦੇਖ ਰਹੇ ਹਾਂ। ਆਪਾਂ ਕੀ ਕੀਤਾ? ਜਿਹੜਾ ਆਪਣਾ ਫੇਲਿਅਰ ਪਲੇਨ ਹੈ ਉਹਦੀ ਡਾਇਰੈਕਸ਼ਨ ਫਾਈਨਲਾਈਜ਼ ਕਰਤੀ ਹੌਰੀਜ਼ੌਂਟਲ, ਜਦਕਿ ਐਕਚੁਅਲ ਦੇ ਵਿੱਚ ਸੋਇਲ ਕਦੇ ਵੀ ਐਗਜ਼ੈਕਟਲੀ ਹੌਰੀਜ਼ੌਂਟਲ ਪਲੇਨ ਤੇ ਫੇਲ ਨਹੀਂ ਕਰਦੀ। ਸੋਇਲ ਦਾ ਜਿਹੜਾ ਵੀਕਰ ਪਲੇਨ ਹੁੰਦਾ ਉਹ 0 ਡਿਗਰੀ ਤੇ ਨਹੀਂ, ਕਿਸੇ ਐਂਗਲ ਤੇ ਹੁੰਦਾ, 45 ਤੇ ਹੋ ਸਕਦਾ, 30 35 ਤੋਂ ਵੇਰੀ ਕਰੂਗਾ ਸੋਇਲ ਟੂ ਸੋਇਲ। ਤਾਂ ਇਸ ਕੇਸ ਦੇ ਵਿੱਚ ਆਪਾਂ ਪਹਿਲਾਂ ਤੋਂ ਹੀ ਫਾਈਨਲ ਕਰਤਾ ਕਿ ਸੋਇਲ ਇਸੇ ਪਲੇਨ ਤੇ ਹੀ ਫੇਲ ਕਰੂਗੀ। ਇਹ ਵਾਲਾ ਪਲੇਨ ਸੋਇਲ ਦਾ ਵੀਕੈਸਟ ਪਲੇਨ ਹੋ ਵੀ ਸਕਦਾ ਹੈ ਤੇ ਵੀਕੈਸਟ ਪਲੇਨ ਨਹੀਂ ਵੀ ਹੋ ਸਕਦਾ। ਤਾਂ ਆਪਾਂ ਇਸ ਟੈਸਟ ਨੂੰ, ਜਿਹੜੀ ਸ਼ੀਅਰ ਸਟਰੈਂਥ ਆਪਾਂ ਨੂੰ ਇਸ ਟੈਸਟ ਵਿੱਚੋਂ ਨਿਕਲ ਕੇ ਆਊਗੀ, ਉਹਨੂੰ ਆਪਾਂ ਐਕੂਰੇਟ ਰਿਜ਼ਲਟ ਦੇ ਤੌਰ ਤੇ ਕੰਸੀਡਰ ਨਹੀਂ ਕਰ ਸਕਦੇ। ਸਭ ਤੋਂ ਪਹਿਲੇ ਯਾਨੀ ਕਿ ਸਭ ਤੋਂ ਪਹਿਲੀ ਲਿਮਿਟੇਸ਼ਨ ਕੀ ਹੋਗੀ? ਜਿਹੜਾ ਆਪਣਾ ਫੇਲਿਅਰ ਪਲੇਨ ਹੈ ਉਹਨੂੰ ਆਪਾਂ ਪ੍ਰੀ ਡਿਟਰਮਾਈਨ ਕਰਤਾ। ਫੇਲਿਅਰ ਪਲੇਨ ਇਜ਼ ਪ੍ਰੀ ਡਿਟਰਮਾਈਨਡ। ਇਹ ਪਲੇਨ ਜਿਹੜਾ ਆਪਾਂ ਪ੍ਰੀ ਡਿਟਰਮਾਈਨ ਕੀਤਾ ਇਹ ਜ਼ਰੂਰੀ ਨਹੀਂ ਹੈਗਾ ਵੀ ਵੀਕੈਸਟ ਪਲੇਨ ਹੀ ਹੋਊਗਾ। ਪ੍ਰੀ ਡਿਟਰਮਾਈਨ ਆਪਣਾ ਫੇਲਿਅਰ ਪਲੇਨ, ਸਭ ਤੋਂ ਪਹਿਲੀ ਲਿਮਿਟੇਸ਼ਨ। ਸੈਕੰਡ ਲਿਮਿਟੇਸ਼ਨ ਇਸ ਚੀਜ਼ ਦੀ ਕੀ ਹੈ? ਹੁਣ ਆਪਾਂ ਜਦੋਂ ਪਹਿਲਾਂ ਡਿਸਕਸ ਕੀਤਾ ਸੀਗਾ ਸੋਇਲ ਦੀ ਸ਼ੀਅਰ ਸਟਰੈਂਥ ਬਾਰੇ, ਆਪਾਂ ਕੀ ਪੜਿਆ ਸੀ ਵੀ ਟਾਓ ਇਜ਼ ਇਕੁਅਲ ਟੂ C ਪਲੱਸ ਸਿਗਮਾ ਟੈਨ ਫਾਈ। ਆਪਾਂ ਉੱਥੇ ਸਿਗਮਾ ਦੀ ਗੱਲ ਕੀਤੀ ਸੀ ਵੀ ਇਹ ਸਿਗਮਾ ਟੋਟਲ ਸਟ੍ਰੈਸ ਹੋਊਗਾ ਤਾਂ ਸਟਰੈਂਥ ਅੱਡ ਤੋਂ ਆਊਗੀ। ਜੇ ਆਪਣਾ ਸਿਗਮਾ ਉੱਥੇ ਇਫੈਕਟਿਵ ਸਟ੍ਰੈਸ ਹੋਊਗਾ ਤਾਂ ਆਪਣੀ ਸਟਰੈਂਥ ਅਲੱਗ ਤੋਂ ਆਊਗੀ। ਪਰ ਇਸ ਕੇਸ ਦੇ ਵਿੱਚ ਆਪਾਂ ਵਾਟਰ ਪ੍ਰੈਸ਼ਰ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੰਟਰੋਲ ਨਹੀਂ ਕੀਤਾ, ਯਾਨੀ ਕਿ ਨਾ ਤਾਂ ਆਪਾਂ ਵਾਟਰ ਪ੍ਰੈਸ਼ਰ ਨੂੰ ਵਧਣ ਦੇ ਰਹੇ ਹਾਂ ਤੇ ਨਾ ਹੀ ਆਪਾਂ ਵਾਟਰ ਪ੍ਰੈਸ਼ਰ ਨੂੰ ਘਟਣ ਦੇ ਰਹੇ ਹਾਂ। ਹੁਣ ਜਦੋਂ ਆਪਾਂ ਇਹਦੇ ਵਿੱਚ ਵਾਟਰ ਪ੍ਰੈਸ਼ਰ ਉੱਪਰ ਕੰਟਰੋਲ ਹੀ ਨਹੀਂ ਰੱਖ ਰਹੇ ਤਾਂ ਯਾਨੀ ਕਿ ਇੱਥੇ ਆਪਾਂ ਸਿਗਮਾ ਤੇ ਸਿਗਮਾ ਬਾਰ ਦੇ ਵਿੱਚ ਵੀ ਫਰਕ ਨਹੀਂ ਕਰ ਸਕਦੇ। ਜੇ ਆਪਾਂ ਫਰਕ ਨਹੀਂ ਕਰ ਸਕਦੇ ਯਾਨੀ ਕਿ ਐਕਚੁਅਲ ਸਟਰੈਂਥ ਆਪਣੀ ਕੈਲਕੂਲੇਟ ਹੋ ਹੀ ਨਹੀਂ ਪਾ ਰਹੀ। ਤਾਂ ਸੈਕਿੰਡ ਡਰਾਬੈਕ ਕੀ ਆਊਗੀ?
पोर वाटर प्रैशर के उपर अपना कोई भी कंट्रोल नहीं हैगा। जिहड़ा अपना पोर वाटर प्रैशर है वह अनकंट्रोल्ड है, यानी कि आपां जिहड़ियां वाटर प्रैशर दीयां कंडीशनस हुंदियां ने उन्हां नूं सही तरह कंसीडर नहीं कीता। सैकेंड ड्रॉबैक है इहदी शीयर बॉक्स टेस्ट की जां डायरैक्ट शीयर टेस्ट की। तीसरी जिहड़ी इहदी ड्रॉबैक हुंदी है वो ये हुंदी है भी जिहड़ा ये टेस्ट हुंदा हैगा ये सिर्फ सैंड एंड ग्रैवल वास्ते ही यूज हो सकता है, दूसरियां सॉइल्स वास्ते ही यूज नहीं हो सकता। ਉਹਦਾ ਇੱਕ ਰੀਜ਼ਨ ਹੈ। ਉਹਦਾ ਰੀਜ਼ਨ ਕੀ ਹੈ? ਹੁਣ ਜਿਵੇਂ ਕਲੇਈ ਸੋਇਲ ਹੈ, ਕਲੇਈ ਸੋਇਲ ਦੇ ਕੇਸ 'ਚ ਆਪਾਂ ਕੀ ਪੜਿਆ ਸੀ ਵੀ ਜਿਵੇਂ ਉੱਤੇ ਲੋਡ ਪੈਂਦਾ ਹੈ ਤਾਂ ਉਹ ਸੋਇਲ ਕੰਸੋਲੀਡੇਟ ਹੋਣਾ ਸ਼ੁਰੂ ਕਰਦੀ ਹੈ, ਤਾਂ ਜੇ ਕੰਸੋਲੀਡੇਟ ਹੋਊਗੀ ਤਾਂ ਚੇਂਜ ਇਨ ਵੋਲਿਊਮ ਆਊਗਾ। ਪਰ ਇਸ ਟੈਸਟ ਦੇ ਵਿੱਚ ਆਪਾਂ ਚੇਂਜ ਇਨ ਵੋਲਿਊਮ ਕਿਤੇ ਵੀ ਕੰਸੀਡਰ ਨਹੀਂ ਕੀਤਾ, ਇਸੇ ਕਰਕੇ ਇਸ ਟੈਸਟ ਨੂੰ ਆਪਾਂ ਕਲੇਈ ਸੋਇਲ ਦੇ ਲਈ ਯੂਜ਼ ਨਹੀਂ ਕਰ ਸਕਦੇ, ਇਹਨੂੰ ਸਿਰਫ ਤੇ ਸਿਰਫ ਸੈਂਡ ਐਂਡ ਗ੍ਰੈਵਲ ਵਾਸਤੇ ਹੀ ਕੰਸੀਡਰ ਕਰ ਸਕਦੇ ਹਾਂ। इस टेस्ट में कीता कि एक ऑपरेटर स्लैज का निचला पार्ट फिक्स है, उपरला पार्ट मूवेबल है, वो अपना सैंपल रखा, सैंपल काहदा होगा सैंड का होगा या ग्रैवल का होगा। फिर आप जो पार्ट मूवेबल है उसे फोर्स लगानी शुरू की, जिन्नी फोर्स से जाके सैंपल फिल कर गया उत्थे अपने को शीयर स्ट्रेंथ आ गई फोर्स अपॉन एरिया। इन केस जे आप डेल्टा थीटा कढ़ना होगा आप काहदे बराबर पढ़िया सीगा टाउ इज इक्वल टू सिग्मा tan phi। सिग्मा इथों आपां नूं पता आपां कितना अप्लाई कीता तां इथों मेरे कोले टाउ अपॉन सिग्मा की आ गया tan phi। थोड़े तो कुछ बच्चे सोच रहे होंगे भी सर c प्लस सिग्मा tan phi सीगा, पर c प्लस सिग्मा tan phi किहड़े केस हुंदा सीगा जदों आपां क्लेई सॉइल या सिल्टी सॉइल यूज करदे सीगे। ये सिर्फ सैंड ते ग्रैवल वास्ते है, सैंड ते ग्रैवल दी कोई कोहेजन स्ट्रेंथ नहीं हुंदी, कोहेसिव स्ट्रेंथ नहीं हुंदी, तां टाउ अपॉन सिग्मा इज इक्वल टू tan phi आऊगा। इन केस जे आपां नूं c दी वैल्यू भी हैगी है सॉइल दी, आपां उस सॉइल वास्ते यूज कर रहे हैं तां आपां एक तो ज़्यादा इक्वेशनस लवांगे, c ते phi नूं एज अ वेरीएबल कंसीडर करांगे, जिन्नी इक्वेशनस रिक्वायर्ड होणगे उन्हां नूं कंसीडर करके c ते phi अलग तो फाइंड आउट करांगे। फिर तो रिपीट कर रहे हैं, जे अपने कोल एक वेरीएबल c भी होगा इत्थे यानी कि c प्लस सिग्मा tan phi आ जाऊगा तो आपां उत्थे दो इक्वेशनस ले लांगे, एक बारी सिग्मा 1 ते फेल करा के देख लांगे, एक बार सिग्मा 2 ते फेल करा के देख लांगे, उस तो बाद आपां c दी वैल्यूज भी कढ लांगे दोनों इक्वेशन चों ते tan phi दी वैल्यूज भी कढ लांगे। क्लीयर? मोस्टली आपां इहनूं सैंड ते ग्रैवल ਲਈ ही यूज करदे तां आपां नूं उन्हां चीज़ां दी लोड़ नहीं पैंदी। ਇਹ ਸੀਗਾ ਆਪਣਾ shear box test। इस टेस्ट ਦੀਆਂ ਜਿਹੜੀਆਂ ਮੇਜਰ ਡਰਾਬੈਕਸ ਹੈ ਇਹਨਾਂ ਨੂੰ ਰਿਮੂਵ ਕੀਤਾ ਆਪਣੇ ਅਗਲੇ ਟੈਸਟ ਨੇ, दैट इज ट्राई एक्सियल टेस्ट। सब तो पहला आप फेलियर प्लेन प्रीडिटरमाइंड नहीं रखना अपने उस टेस्ट दे विच, पोर वाटर प्रैशर नूं कंट्रोल करना है किसी भी तरीके नाल, सैंड ते ग्रैवल वास्ते नहीं, टेस्ट क्ले वास्ते भी यूज हो सके इस गल दा आपां ध्यान रखांगे। तां हुण इस टेस्ट तो बाद अगला टेस्ट पढ़न तो पहला आपां ये देखते हैं भी जिहड़ी आपां इत्थे पोर वाटर प्रैशर अनकंट्रोल्ड वाला पॉइंट लिखिआ है एक्चुअल च पोर वाटर प्रैशर दीयां कंडीशनस की हुंदियां ने ते आपां किहड़ियां कंडीशनस दे विच टेस्ट परफॉर्म करते हैं। ਹੁਣ ਆਪਾਂ ਉਹਦੇ ਬਾਰੇ ਦੇਖਦੇ ਹਾਂ। ਪੋਰ ਵਾਟਰ ਪ੍ਰੈਸ਼ਰ ਨੂੰ ਕੰਟਰੋਲ ਕਰਨ ਤੋਂ ਪਹਿਲਾਂ, ਪੋਰ ਵਾਟਰ ਪ੍ਰੈਸ਼ਰ ਨੂੰ ਕੰਸੀਡਰ ਕਰਨ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਟੈਸਟ ਜਿਹੜੇ ਹੁੰਦੇ ਉਹ ਕਿੰਨੀਆਂ ਸਟੇजेस 'ਚ ਹੁੰਦੇ ਆ। ਮੋਸਟਲੀ ਜਦੋਂ ਆਪਾਂ ਟਰਾਈ ਐਕਸੀਅਲ ਟੈਸਟ ਦੀ ਗੱਲ ਕਰਾਂਗੇ ਤਾਂ ਉਹ ਦੋ ਸਟੇजेस 'ਚ ਕੰਸੀਡਰ ਹੋਊਗਾ, ਸਟੇਜ 1 ਤੇ ਸਟੇਜ 2। ਦੋ ਸਟੇजेस 'ਚ ਆਪਾਂ ਟੈਸਟ ਕਨੈਕਟ ਕਰਾਂਗੇ ਟਰਾਈ ਐਕਸੀਅਲ ਟੈਸਟ ਨੂੰ। ਤਾਂ ਜਿਹੜੀ ਇਹਦੀ ਸਟੇਜ 1 ਹੁੰਦੀ ਹੈ ਇਹਨੂੰ ਆਪਾਂ ਕਨਫਾਈਨਿੰਗ ਸਟੇਜ ਬੋਲਦੇ ਹਾਂ। ਜਿਹੜੀ ਆਪਣੀ ਸੈਕੰਡ ਸਟੇਜ ਹੁੰਦੀ ਹੈ ਇਹਨੂੰ ਆਪਾਂ ਡੈਵੀਏਟਰ ਸਟੇਜ ਬੋਲਾਂਗੇ। ਕੀ ਮਤਲਬ ਹੈ ਇਹਨਾਂ ਦਾ ਇਹ ਆਪਾਂ ਅੱਗੇ ਦੇਖਦੇ ਹਾਂ। ਫਿਲਹਾਲ ਆਪਾਂ ਸਿਰਫ ਇੱਥੇ ਲਿਖ ਕੇ ਪਹਿਲਾਂ ਜਿਹੜੇ ਪੋਰ ਵਾਟਰ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਲੇ ਕੰਡੀਸ਼ਨਸ ਬਾਰੇ ਦੇਖਦੇ ਹਾਂ। ਤਾਂ ਹੁਣ ਉਹ ਕੰਡੀਸ਼ਨਸ ਕਿਵੇਂ ਹੋਣਗੀਆਂ ਦੇਖੋ। ਹੁਣ ਇੱਕ ਪਾਸੇ ਮੈਂ ਸਟੇਜ ਲਿਖ ਰਿਹਾ, ਇੱਕ ਪਾਸੇ ਮੈਂ ਸਟੇजेस ਆ ਜਾਣਗੀਆਂ ਮੇਰੀ ਇੱਥੇ ਸਟੇਜ 1 ਸਟੇਜ 2 ठीक। इधरले पासे आप लिख रहे हैं टेस्ट दी कंडीशंस बारे, टेस्ट का नेम नीचे मैं लिख रहा नेम टेस्ट का। हुण देखो जो पहली कंडीशन होगी, पहली स्टेज होगी जो आप टेस्ट परफॉर्म करांगे, हुण उहदे विच जो आप लोड अप्लाई करना शुरू करांगे तो सॉइल दे विच कुछ ना कुछ वाटर प्रेजेंट होगा। अपने को दो ऑप्शंस है, जां तां आपां वाटर का निकलना अलाउ कर सकते हैं जां आपां वाटर का निकलना अलाउ नहीं कर सकते। दो कंडीशन हो गई अपने को। तो हम जो आप वाटर का निकलना अलाउ करांगे, जो आप वाटर का निकलना अलाउ करांगे तो यानी कि इस केस दे विच जो मैं सॉइल ते लोड अप्लाई करूंगा तो थोड़ी जी कंसोलीडेट होगी
ਜਦੋਂ ਵਾਟਰ ਬਾਹਰ ਨਿਕਲੂਗਾ ਤਾਂ ਸੋਇਲ ਦਾ ਵੋਲਿਊਮ ਚੇਂਜ ਹੋਊਗਾ, ਸੋਇਲ ਕੰਸੋਲੀਡੇਟ ਹੋਊਗੀ, ਯਾਨੀ ਕਿ ਇਹਦੇ ਵਿੱਚ ਆਪਾਂ ਸੋਇਲ ਦੀ ਕੰਸੋਲੀਡੇਸ਼ਨ ਅਲਾਉ ਕਰਤੀ, ਕੰਸੋਲੀਡੇਟਡ ਯਾਨੀ ਕਿ ਕੰਸੋਲੀਡੇਸ਼ਨ ਅਲਾਉ ਕਰਤੀ ਪਹਿਲੀ ਸਟੇਜ। ਸੈਕੰਡ ਸਟੇਜ 'ਚ ਵੀ ਜੇ ਮੈਂ ਵਾਟਰ ਦਾ ਨਿਕਲਣਾ ਅਲਾਉ ਕਰਤਾ, ਯਾਨੀ ਕਿ ਹੁਣ ਜਿਹੜਾ ਉਹ ਚੋਂ ਵਾਟਰ ਨਿਕਲੂਗਾ ਉਹਨੂੰ ਆਪਾਂ ਡਰੇਨ ਆਊਟ ਕਰਾਂਗੇ, ਬਾਹਰ ਕੱਢਾਂਗੇ, ਤਾਂ ਸੈਕੰਡ ਸਟੇਜ ਵੀ ਕੀ ਹੋਗੀ, ਡਰੇਨਡ। ਜਿਹੜੀ ਕਨਫਾਈਨਿੰਗ ਸਟੇਜ ਹੈ ਉਹਦੇ ਵਿੱਚ ਵੀ ਪਾਣੀ ਬਾਹਰ ਨਿਕਲ ਰਿਹਾ ਹੈ, ਜਿਹੜੀ ਸੈਕੰਡ ਡੇਵੀਏਟਰ ਸਟੇਜ ਹੈ ਉਹਦੇ ਵਿੱਚ ਵੀ ਪਾਣੀ ਬਾਹਰ ਨਿਕਲ ਰਿਹਾ ਹੈ। ਤਾਂ ਇਸ ਟੈਸਟ ਨੂੰ ਆਪਾਂ ਬੋਲਦੇ ਹਾਂ CD ਟੈਸਟ। ਨਾਮ ਕਲੀਅਰ ਹੋ ਰਿਹਾ ਹੈ, ਕੰਸੋਲੀਡੇਟਡ ਡਰੇਨਡ ਟੈਸਟ। ਕੰਸੋਲੀਡੇਟਡ ਤੋਂ ਮਤਲਬ ਪਹਿਲੀ ਸਟੇਜ ਦੇ ਵਿੱਚ ਵਾਟਰ ਦਾ ਫਲੋ ਅਲਾਉਡ ਹੈ, ਡਰੇਨਡ ਦਾ ਮਤਲਬ ਦੂਸਰੀ ਸਟੇਜ ਦੇ ਵਿੱਚ ਵੀ ਵਾਟਰ ਦਾ ਫਲੋ ਅਲਾਉਡ ਹੈ। ਕੰਸੋਲੀਡੇਟਡ ਡਰੇਨਡ ਟੈਸਟ। ਨੈਕਸਟ ਇਜ਼ ਪਹਿਲੀ ਸਟੇਜ 'ਚ ਵਾਟਰ ਦਾ ਫਲੋ ਅਲਾਉ ਨਹੀਂ ਕਰਦੇ, ਕਲੀਅਰ, ਦੂਸਰੀ ਸਟੇਜ 'ਚ ਵੀ ਵਾਟਰ ਦਾ ਫਲੋ ਅਲਾਉ ਨਹੀਂ ਕਰਦੇ, ਯਾਨੀ ਕਿ ਅਨਕੰਸੋਲੀਡੇਟਡ ਪਹਿਲੀ ਸਟੇਜ ਦੇ ਵਿੱਚ ਵਾਟਰ ਦਾ ਨਿਕਲਣਾ ਅਲਾਉਡ ਨਹੀਂ ਹੈਗਾ, ਦੂਸਰੇ ਪਾਸੇ ਵੀ ਕੀ ਹੈ, ਅਨਡਰੇਨਡ। ਤਾਂ ਇਹ ਕੀ ਹੋ ਜਾਊਗਾ, UU ਟੈਸਟ। UU ਟੈਸਟ। UU ਟੈਸਟ ਦਾ ਕੀ ਮਤਲਬ ਹੈ, ਪਹਿਲੀ ਸਟੇਜ ਦੇ ਵਿੱਚ ਵੀ ਵਾਟਰ ਦਾ ਨਿਕਲਣਾ ਅਲਾਉਡ ਨਹੀਂ ਹੈਗਾ, ਦੂਸਰੀ ਸਟੇਜ ਦੇ ਵਿੱਚ ਵੀ ਵਾਟਰ ਦਾ ਨਿਕਲਣਾ ਅਲਾਉ ਨਹੀਂ ਹੈਗਾ, ਕਲੀਅਰ। ਨੈਕਸਟ ਇਜ਼ ਪਹਿਲੀ ਸਟੇਜ ਦੇ ਵਿੱਚ ਆਪਾਂ ਨਿਕਲਣਾ ਅਲਾਉ ਕਰ ਦਿੰਦੇ ਹਾਂ, ਯਾਨੀ ਕਿ ਕੰਸੋਲੀਡੇਟਡ ਤੇ ਦੂਸਰੀ ਸਟੇਜ ਦੇ ਵਿੱਚ ਆਪਾਂ ਵਾਟਰ ਦਾ ਨਿਕਲਣਾ ਅਲਾਉ ਨਹੀਂ ਕਰਦੇ, ਯਾਨੀ ਕਿ ਅਨਡਰੇਨਡ। ਜਿਹਦਾ ਆਪਾਂ ਨਾਮ ਬਣਾਉਣਾ ਹੋਵੇ, ਨਾਮ ਕੀ ਬਣੂਗਾ, CU ਟੈਸਟ, ਯਾਨੀ ਕਿ CU ਟੈਸਟ। ਤੀਸਰੀ ਇੱਕ ਕੰਡੀਸ਼ਨ ਹੋਰ ਪੋਸੀਬਲ ਹੈ ਜਿਹਨੂੰ ਆਪਾਂ ਪਰਫਾਰਮ ਨਹੀਂ ਕਰਦੇ, ਉਹ ਕੰਡੀਸ਼ਨ ਕਿਹੜੀ ਪੋਸੀਬਲ ਹੋ ਸਕਦੀ ਹੈ, that is ਅਨਕੰਸੋਲੀਡੇਟਡ ਇਧਰ ਡਰੇਨਡ ਆ ਜੇ, UD ਟੈਸਟ। ਪਰ ਉਹ ਟੈਸਟ ਕਦੇ ਵੀ ਪਰਫਾਰਮ ਨਹੀਂ ਕਰਦੇ ਕਿਉਂਕਿ ਉਹਦੀ ਕੋਈ ਪ੍ਰੈਕਟੀਕਲ ਸਿਗਨੀਫੀਕੈਂਸ ਨਹੀਂ ਹੈਗੀ। ਮੋਸਟਲੀ ਆਪਾਂ ਇਹ ਤਿੰਨ ਟੈਸਟ ਹੀ ਯੂਜ਼ ਕਰਦੇ ਹਾਂ। ਹੁਣ ਕਦੋਂ ਕਿਹੜਾ ਟੈਸਟ ਯੂਜ਼ ਹੋਊਗਾ, ਇਹ ਡਿਪੈਂਡ ਕਰੂਗਾ ਆਪਣੀਆਂ ਜਿਹੜੀਆਂ ਫੀਲਡ ਕੰਡੀਸ਼ਨਸ ਉਹ ਕਿਸ ਚੀਜ਼ ਨਾਲ ਲਿੰਕ ਕਰਦੀਆਂ ਨੇ। ਜੇ ਤਾਂ ਜਿਹੜੀ ਮੇਰੀ ਫੀਲਡ ਕੰਡੀਸ਼ਨ ਹੈ ਉਹਦੇ ਵਿੱਚ ਜਦੋਂ ਮੈਂ ਸੋਇਲ ਉੱਤੇ ਲੋਡ ਪਾ ਰਹੀ ਹਾਂ ਤਾਂ ਉਹ ਵਾਟਰ ਕੋਲੇ ਨਿਕਲਣ ਦੇ ਚਾਂਸਸ ਹੈਗੇ ਆ। ਜਿਵੇਂ ਫੋਰ ਐਗਜ਼ਾਮਪਲ ਇੱਕ ਕਲੇਈ ਸੋਇਲ ਹੈ ਜਿਹਦੇ ਆਸੇ-ਪਾਸੇ ਸਾਰੇ ਪਾਸੇ ਸੈਂਡ ਹੈ, ਤਾਂ ਉਹਦੇ ਕੇਸ ਜਦੋਂ ਸੋਇਲ ਉੱਤੇ ਲੋਡ ਆਊਗਾ ਤਾਂ ਉਹ ਵਾਟਰ ਨਿਕਲ ਜੂਗਾ ਸੈਂਡ ਵਾਲੀ ਸਾਈਡ, ਤਾਂ ਕੰਸੋਲੀਡੇਟਡ ਕੰਸੀਡਰ ਹੋਊਗਾ। ਜਦੋਂ ਬਾਅਦ ਵਿੱਚ ਲੋਡ ਇਨਕਰੀਜ਼ ਹੋਊਗਾ ਫਿਰ ਉਹ ਡਰੇਨਡ ਕੰਸੀਡਰ ਹੋਊਗਾ। ਤਾਂ ਯਾਨੀ ਕਿ ਫੀਲਡ ਕੰਡੀਸ਼ਨਸ ਦੇ ਬੇਸਿਸ ਦੇ ਉੱਪਰ ਆਪਾਂ ਟੈਸਟ ਦੀ ਟਾਈਪ ਚੂਜ਼ ਕਰਾਂਗੇ। ਹੁਣ ਇਸ ਟੈਸਟ ਨੂੰ ਪਰਫਾਰਮ ਕਿਸ ਤਰੀਕੇ ਨਾਲ ਕਰਦੇ ਹਾਂ ਉਹ ਦੇਖਦੇ ਹਾਂ ਆਪਾਂ। ਦੇਖੋ ਸਭ ਤੋਂ ਪਹਿਲਾਂ ਕੀ ਹੁੰਦਾ, ਆਪਾਂ ਇੱਕ ਸੋਇਲ ਦਾ ਪ੍ਰੈਕਟਿਸ ਤਿਆਰ ਕਰਦੇ ਹਾਂ। ਇੱਥੇ ਆਪਾਂ ਫੁੱਲੀ ਪ੍ਰੈਕਟੀਕਲੀ ਐਕਸਪਲੇਨ ਨਹੀਂ ਕਰਾਂਗੇ ਇਹਨੂੰ, ਜਿੰਨਾ ਕੁ ਆਪਾਂ ਥਿਓਰੈਟੀਕਲੀ ਪੜ੍ਹਦੇ ਹਾਂ ਥਿਓਰੈਟੀਕਲੀ ਆਪਾਂ ਨੂੰ ਲੋੜ ਆਪਾਂ ਸਿਰਫ ਉਹਨਾਂ ਦੇਖਾਂਗੇ। ਇਸ ਟੈਸਟ ਦੇ ਵਿੱਚ ਕੀ ਕਰਦੇ ਆ, ਸਭ ਤੋਂ ਪਹਿਲਾਂ ਇੱਕ ਸੋਇਲ ਦਾ ਸੈਂਪਲ ਲਿਆ, ਸੋਇਲ ਸੈਂਪਲ ਨੂੰ ਇੱਕ ਰਬੜ ਮੈਂਬਰੇਨ 'ਚ ਟਾਈਟ ਕਰ ਦਿੰਦੇ ਆ। ਰਬੜ ਮੈਂਬਰੇਨ 'ਚ ਟਾਈਟ ਕਰਕੇ ਉਹਨੂੰ ਇੱਕ ਵਾਟਰ ਮਾਸ ਦੇ ਵਿੱਚ ਪਲੇਸ ਕਰ ਦਿੰਦੇ, ਜਿਹੜੇ ਸਾਰੇ ਪਾਸੇ ਯਾਨੀ ਕਿ ਉਹਨੂੰ ਵਾਟਰ ਨਾਲ ਸਰਾਊਂਡ ਕਰ ਦਿੰਦੇ ਆ। ਹੁਣ ਰਬੜ ਮੈਂਬਰੇਨ ਕਿਉਂ ਲਗਾਈ, ਤਾਂ ਕਿ ਆਸੇ-ਪਾਸੇ ਵਾਲਾ ਵਾਟਰ ਉਹਦੇ ਵਿੱਚ ਆ ਨਾ ਸਕੇ। ਵਾਟਰ ਦੇ ਵਿੱਚ ਰੱਖਿਆ ਕਿਉਂ, ਕਿਉਂਕਿ ਜਦੋਂ ਆਪਾਂ FM 'ਚ ਪੜ੍ਹਦੇ ਹੁੰਦੇ ਆ ਉਹਦੇ ਵਿੱਚ ਆਪਾਂ ਇਹ ਲਿਖਦੇ ਹੁੰਦੇ ਆ ਵੀ ਵਾਟਰ ਹਰ ਸਾਈਡ ਤੋਂ ਸੇਮ ਪ੍ਰੈਸ਼ਰ ਐਗਜ਼ਰਟ ਕਰਦਾ ਹੁੰਦਾ। ਜੇ ਆਪਾਂ ਕੋਈ ਵੀ ਸੈਂਪਲ ਉਹਦੇ ਵਿੱਚ ਪਲੇਸ ਕਰਾਂਗੇ, ਯਾਨੀ ਕਿ ਪ੍ਰੈਸ਼ਰ ਐਗਜ਼ਰਟ in water is same from all the sides at a particular sample ਜਾਂ at a particular point, ਸਾਰੇ ਪਾਸੋਂ ਸੇਮ ਪ੍ਰੈਸ਼ਰ ਐਗਜ਼ਰਟ ਕਰਤਾ। ਇਸ ਸਟੇਜ ਨੂੰ ਆਪਾਂ ਬੋਲਦੇ ਹਾਂ ਕਨਫਾਈਨਿੰਗ ਸਟੇਜ। ਇਹ ਸਟੇਜ ਨੰਬਰ 1 ਹੈ। ਜਦੋਂ ਆਪਾਂ ਸੈਂਪਲ ਨੂੰ ਵਾਟਰ ਬਾਥ 'ਚ ਪਲੇਸ ਕੀਤਾ ਤਾਂ ਜਿਹੜਾ ਸਾਰੇ ਪਾਸਿਓਂ ਪ੍ਰੈਸ਼ਰ ਐਗਜ਼ਰਟ ਹੋ ਰਿਹਾ ਹੈ ਇਹਦੇ ਮੈਗਨੀਟਿਊਡ ਨੂੰ ਲਿਖ ਲੈਂਦੇ ਆ ਸਿਗਮਾ 3। ਸਿਗਮਾ 3 ਤੇ ਕਨਫਾਈਨਿੰਗ ਸਟੇਜ 'ਚ ਆਪਾਂ ਕਿਹੜਾ ਪ੍ਰੈਸ਼ਰ ਅਪਲਾਈ ਕੀਤਾ, ਸਿਗਮਾ 3। ਇਸੇ ਸਟੇਜ ਨੂੰ ਸੈੱਲ ਪ੍ਰੈਸ਼ਰ ਸਟੇਜ ਵੀ ਬੋਲ ਦਿੰਦੇ ਆ, ਇਸੇ ਸਟੇਜ ਨੂੰ ਕੰਸੋਲੀਡੇਸ਼ਨ ਸਟੇਜ ਵੀ ਬੋਲ ਦਿੰਦੇ ਆ। ਤਾਂ ਸੈੱਲ ਪ੍ਰੈਸ਼ਰ ਸਟੇਜ ਜਾਂ ਕੰਸੋਲੀਡੇਸ਼ਨ ਸਟੇਜ, ਮੋਸਟਲੀ ਕਨਫਾਈਨਿੰਗ ਸਟੇਜ ਹੀ ਵਰਡ ਯੂਜ਼ ਹੁੰਦਾ ਇਹਦੇ ਲਈ। ਸਿਗਮਾ 3 ਨੂੰ ਸੈੱਲ ਪ੍ਰੈਸ਼ਰ ਵੀ ਲਿਖ ਦਿੰਦੇ ਆ, ਕਨਫਾਈਨਿੰਗ ਪ੍ਰੈਸ਼ਰ ਵੀ ਲਿਖ ਦਿੰਦੇ ਆ। ਤਾਂ ਸਿਗਮਾ 3 ਨੂੰ ਆਪਾਂ ਕੀ ਲਿਖ ਸਕਦੇ ਹਾਂ, ਸੈੱਲ ਪ੍ਰੈਸ਼ਰ ਵੀ ਬੋਲ ਦਿੰਦੇ ਆ ਤੇ ਇਹਨੂੰ ਕਨਫਾਈਨਿੰਗ ਪ੍ਰੈਸ਼ਰ ਵੀ ਬੋਲ ਦਿੰਦੇ ਆ। ਇਹ ਐਗਜ਼ਰਟ ਕਿਹਨੇ ਕੀਤਾ, ਵਾਟਰ ਨੇ, ਜਿਹੜਾ ਵਾਟਰ ਸੈਂਪਲ ਦੇ ਸਾਰੀਆਂ ਸਾਈਡਾਂ ਦੇ ਉੱਪਰ ਪਲੇਸਡ ਹੈ। ਇਸ ਤੋਂ ਬਾਅਦ ਕੀ ਕਰਦੇ ਆ, ਇੱਕ ਸਾਈਡ ਦੇ ਉੱਪਰੋਂ ਕਿਸੇ ਵੀ ਇੱਕ ਐਕਸਿਸ ਦੇ ਉੱਪਰੋਂ ਲੋਡ ਅਪਲਾਈ ਕਰਨਾ ਸ਼ੁਰੂ ਕਰਦੇ ਆ। ਜੇ ਆਪਾਂ ਸੋਇਲ ਦਾ ਕੇਸ ਦੇਖੀਏ, ਸੋਇਲ ਦੇ ਕੇਸ 'ਚ ਹਮੇਸ਼ਾ ਵਰਟੀਕਲ ਲੋਡਿੰਗ ਹੁੰਦੀ ਹੈ, ਤਾਂ ਇਸ ਕੇਸ ਦੇ ਵਿੱਚ ਵੀ ਵਰਟੀਕਲ ਵਾਲੇ ਪਾਸਿਓਂ ਹੌਲੀ-ਹੌਲੀ ਲੋਡ ਨੂੰ ਇਨਕਰੀਜ਼ ਕਰਨਾ ਸ਼ੁਰੂ ਕਰਦੇ ਆ। ਇਹਨੂੰ ਲਿਖ ਲੈਂਦੇ ਆ ਸਿਗਮਾ 1, ਜਾਂ ਜਿੰਨਾ ਐਕਸਟਰਾ ਤੋਂ ਅਪਲਾਈ ਕੀਤਾ ਉਹਨੂੰ ਲਿਖ ਲਿਆ ਸਿਗਮਾ D।
ਤਾਂ ਜਿੰਨਾ ਉੱਪਰੋਂ ਅਪਲਾਈ ਹੋਊਗਾ ਉਨਾ ਹੀ ਨੀਚੋਂ ਵੀ ਰਿਐਕਸ਼ਨ ਮਿਲੂਗਾ। ਤਾਂ ਸਿਗਮਾ ਡੀ ਰਿਐਕਸ਼ਨ ਮਿਲ ਗਿਆ ਨੀਚੋਂ, ਤਾਂ ਟੋਟਲ ਕਿੰਨਾ ਹੋ ਗਿਆ सिग्मा 1 that is sigma 3 plus sigma d। ਇਹਦੇ ਵਿੱਚ ਆਪਾਂ ਐਕਸਟਰਾ ਕਿੰਨਾ ਅਪਲਾਈ ਕੀਤਾ sigma d, ਕਿਉਂਕਿ ਇਸ ਸਟੇਜ ਦਾ ਨਾਮ ਡੇਵੀਏਟਰ ਸਟੇਜ ਹੈ, ਤਾਂ ਹੀ ਇਸ ਸਟ੍ਰੈਸ ਨੂੰ ਕੀ ਬੋਲਦੇ ਆ ਡੇਵੀਏਟਰ ਸਟ੍ਰੈਸ। ਡੇਵੀਏਟਰ ਸਟ੍ਰੈਸ ਕਿਹੜਾ ਹੋ ਗਿਆ ਸੈਕੰਡ ਸਟੇਜ ਦੇ ਵਿੱਚ ਜਿਹੜਾ ਆਪਾਂ ਵਰਟੀਕਲ ਐਕਸਟਰਾ ਲੋਡ ਅਪਲਾਈ ਕਰਨਾ ਸ਼ੁਰੂ ਕੀਤਾ ਉਹਨੂੰ ਕੀ ਬੋਲਦੇ ਆ ਆਪਾਂ ਡੇਵੀਏਟਰ ਸਟ੍ਰੈਸ। ਕਲੀਅਰ। ਹੁਣ ਇਸ ਟੈਸਟ ਦੇ ਵਿੱਚ ਆਪਾਂ ਅੱਗੇ ਕੀ ਚੀਜ਼ਾਂ ਲਿਖਣੀਆਂ ਨੇ। ਹੁਣ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਆਪਾਂ ਕੀ ਪੜਿਆ ਸੀਗਾ ਵੀ ਜਿਹੜੇ ਪਲੇਨ ਦੇ ਉੱਪਰ ਕੱਲੇ ਵਰਟੀਕਲ ਸਟ੍ਰੈਸਸ ਲੱਗ ਰਹੇ ਹੋਣ, ਨਾਰਮਲ ਸਟ੍ਰੈਸਸ ਲੱਗ ਰਹੇ ਹੋਣ, ਯਾਨੀ ਕਿ ਕੋਈ ਵੀ ਸ਼ੀਅਰ ਨਾ ਹੋਵੇ, ਉਹਨੂੰ ਆਪਾਂ ਪ੍ਰਿੰਸੀਪਲ ਪਲੇਨਸ ਬੋਲਦੇ ਹੁੰਦੇ ਆ। ਇਸ ਕੇਸ ਦੇ ਵਿੱਚ ਜੇ ਮੈਂ ਵਰਟੀਕਲ ਵਾਲਾ ਪਲੇਨ ਦੇਖਾਂ ਕੱਲਾ ਵਰਟੀਕਲ ਸਟ੍ਰੈਸ ਹੈ, ਕੋਈ ਸ਼ੀਅਰ ਆਪਾਂ ਅਪਲਾਈ ਨਹੀਂ ਕੀਤਾ, ਇਧਰੋਂ ਕੱਲਾ ਹੌਰੀਜ਼ੌਂਟਲ ਸਟ੍ਰੈਸ ਹੈ, ਕੋਈ ਸ਼ੀਅਰ ਅਪਲਾਈ ਨਹੀਂ ਕੀਤਾ, ਯਾਨੀ ਕਿ ਇਸ ਕੇਸ ਨੂੰ ਆਪਾਂ ਪ੍ਰਿੰਸੀਪਲ ਸਟ੍ਰੈਸ ਬੋਲ ਸਕਦੇ ਹਾਂ, ਪ੍ਰਿੰਸੀਪਲ ਸਟ੍ਰੈਸ ਕੰਡੀਸ਼ਨ ਬੋਲ ਸਕਦੇ ਹਾਂ। ਕਲੀਅਰ। ਤਾਂ ਅਕੋਰਡਿੰਗ ਟੂ ਪ੍ਰਿੰਸੀਪਲ ਸਟ੍ਰੈਸ ਕੰਡੀਸ਼ਨ ਜਦੋਂ ਆਪਾਂ ਸੋਮ ਚ ਵੀ ਪੜ੍ਹਦੇ ਹਾਂ, ਇੱਥੇ ਤੁਸੀਂ ਕੱਲੀ ਇਕੁਏਸ਼ਨ ਵੀ ਯਾਦ ਰੱਖ ਸਕਦੇ ਹੋ sigma 1 is equal to sigma 3 tan square 45 plus 5/2 plus 2c tan 45 plus 5/2। sigma 1 is equal to sigma 3 tan square 45 plus 5/2 plus 2c tan 45 plus 5/2। clear। ਹੁਣ ਇਹਨਾਂ ਨੂੰ ਜੇ ਮੈਂ 45 plus 5/2 ਨੂੰ ਥੀਟਾ ਪੁੱਟ ਕਰਨਾ, ਜੋ ਕਿ ਮੋਸਟਲੀ ਸਾਇੰਟਿਸਟ ਜਾਂ ਮੋਸਟਲੀ ਰਾਈਟਰਸ ਪੁੱਟ ਕਰਦੇ ਨੇ, ਤਾਂ ਇਹੀ ਇਕੁਏਸ਼ਨ ਮੇਰੀ ਕੀ ਬਣ ਜੂਗੀ sigma 1 is equal to sigma 3 tan square theta plus 2c tan theta। Here theta is failure angle of soil। ਜਿਹੜਾ 45 plus 5/2 ਹੁੰਦਾ ਹੈ, ਜਦੋਂ ਸੋਇਲ ਨੂੰ ਆਪਾਂ ਪ੍ਰੈਕਟੀਕਲੀ ਚੈੱਕ ਕਰਕੇ ਦੇਖਿਆ ਤਾਂ ਸੋਇਲ ਹਰ ਕੇਸ ਦੇ ਵਿੱਚ 45 plus 5/2 ਤੇ ਹੀ ਫੇਲ ਕੀਤੀ। ਤਾਂ ਇੱਥੋਂ ਆਪਾਂ ਨੂੰ ਕੀ ਪਤਾ ਲੱਗ ਗਿਆ ਫੇਲੀਅਰ ਐਂਗਲ ਆਫ ਸੋਇਲ ਕਿੰਨਾ ਹੋ ਗਿਆ ਥੀਟਾ, ਯਾਨੀ ਕਿ 45 plus 5/2। ਇਹਨੂੰ ਥਿਓਰੈਟੀਕਲੀ ਵੀ ਆਪਾਂ ਜਸਟੀਫਾਈ ਕਰ ਸਕਦੇ ਹਾਂ। ਜਿਵੇਂ ਆਪਾਂ ਸੋਮ ਦੇ ਵਿੱਚ ਪ੍ਰਿੰਸੀਪਲ ਸਟ੍ਰੈਸਿਸ ਵਾਲਾ ਚੈਪਟਰ ਪੜ੍ਹ ਲਾਂਗੇ, ਨਾਲ ਦੀ ਨਾਲ ਆਪਾਂ ਨੂੰ ਕਲੀਅਰ ਹੋ ਜਾਊਗਾ ਵੀ ਇਹਨੂੰ ਥਿਓਰੈਟੀਕਲੀ ਆਪਾਂ ਕਿਵੇਂ ਜਸਟੀਫਾਈ ਕਰਨਾ ਹੈ 45 plus 5/2। ਕਈ ਰਾਈਟਰਸ ਇਹਨੂੰ ਇਸ ਤਰੀਕੇ ਨਾਲ ਲਿਖਦੇ ਆ, ਉਹ ਕੀ ਕਰਦੇ ਨੇ tan square 45 plus 5/2 ਨੂੰ n phi ਪੁੱਟ ਕਰਦੇ ਆ n phi। ਇਸ n phi ਨੂੰ ਨਾਮ ਦਿੰਦੇ ਆ ਫਲੋ ਵੈਲਿਊ। ਇਸ ਫਲੋ ਵੈਲਿਊ ਤੋਂ ਕੀ ਮਤਲਬ ਹੁੰਦਾ ਹੈ ਜਿੰਨੀ n phi ਦੀ ਵੈਲਿਊ ਜ਼ਿਆਦਾ ਹੋਊਗੀ, ਜਿੰਨੀ n phi ਦੀ ਵੈਲਿਊ ਜ਼ਿਆਦਾ ਹੋਊਗੀ ਉਨੀ ਹੀ 45 plus 5/2 ਦੀ ਵੈਲਿਊ ਜ਼ਿਆਦਾ ਹੋਊਗੀ, ਉਨਾ ਹੀ ਫੇਲੀਅਰ ਪਲੇਨ ਕੀ ਹੋਊਗਾ ਜ਼ਿਆਦਾ ਇਨਕਲਾਈਨਡ ਹੋਊਗਾ। ਇਹਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਹੈ, ਜਿਹੜਾ ਇਹ ਫੇਲੀਅਰ ਪਲੇਨ ਹੈ ਇਹ ਫਰੋਮ ਮੇਜਰ ਪ੍ਰਿੰਸੀਪਲ ਐਕਸਿਸ ਹੈ, ਯਾਨੀ ਕਿ ਜੇ ਸੋਇਲ ਕਿਸੇ ਇਸ ਪਲੇਨ ਤੇ ਫੇਲ ਕਰ ਰਹੀ ਹੈ ਤਾਂ ਆਪਾਂ ਆਹ ਵਾਲੇ ਐਂਗਲ ਨੂੰ ਥੀਟਾ ਲਿਖਿਆ ਹੈ। ਤਾਂ ਇਹ ਹਮੇਸ਼ਾ ਫਰੋਮ ਮੇਜਰ ਪ੍ਰਿੰਸੀਪਲ ਐਕਸਿਸ ਹੁੰਦਾ ਹੈ। ਮੇਜਰ ਪ੍ਰਿੰਸੀਪਲ ਐਕਸਿਸ ਤੋਂ ਕੀ ਮਤਲਬ ਹੈ ਜਿਹੜੇ ਪਾਸਿਓਂ ਜ਼ਿਆਦਾ ਲੋਡ ਲੱਗ ਰਿਹਾ ਹੈ, ਮਾਈਨਰ ਪ੍ਰਿੰਸੀਪਲ ਐਕਸਿਸ ਕੀ ਹੋਊਗਾ ਜਿਹੜੇ ਪਾਸਿਓਂ ਘੱਟ ਲੋਡ ਲੱਗ ਰਿਹਾ, ਚ ਹੋਰ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ। ਤਾਂ ਇਸ ਇਕੁਏਸ਼ਨ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ sigma 1 is equal to sigma 3 n phi plus 2c under root n phi। ਪੇਪਰ ਦੇ ਵਿੱਚ ਆਪਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਲਿਖਿਆ ਆ ਸਕਦਾ ਹੈ, ਆਪਾਂ ਨੇ ਧਿਆਨ ਰੱਖਣਾ ਇਕੁਏਸ਼ਨਸ ਪਿਕ ਕਰਨ ਲੱਗੇ। ਇਹ ਵੀ ਹੋ ਸਕਦਾ ਹੈ 45 plus 5/2 ਨੂੰ ਆਪਾਂ ਥੀਟਾ ਪੁੱਟ ਕੀਤਾ, ਉਹ ਬੀਟਾ ਪੁੱਟ ਕਰ ਲੈਣ, ਡੈਲਟਾ ਪੁੱਟ ਕਰ ਲੈਣ, ਤਾਂ ਉਹ ਚੇਂਜ ਹੁੰਦੀਆਂ ਰਹਿਣਗੀਆਂ ਲੋਕੇਸ਼ਨਸ। ਆਪਾਂ ਇਕੁਏਸ਼ਨ ਦਾ ਬੇਸਿਕ ਧਿਆਨ ਚ ਰੱਖਣਾ ਹੈ। ਸਿਗਮਾ 1 ਇੱਥੇ ਵਰਟੀਕਲ ਲੋਡ ਹੈ, ਸਿਗਮਾ 1 ਦੀ ਵੈਲਿਊ ਕਿੰਨੀ ਹੈ sigma 3 plus sigma d। ਸਿਗਮਾ 3 ਕੀ ਹੈ ਜਿਹੜਾ ਆਪਣਾ ਵਾਟਰ ਥਰੂ ਸਟ੍ਰੈਸ ਅਪਲਾਈ ਕੀਤਾ ਹੈ, tan phi ਆਪਣਾ ਕੀ ਹੈ ਸੋਇਲ ਦਾ ਫ੍ਰਿਕਸ਼ਨ ਐਂਗਲ, c ਇੱਥੇ ਆਪਣਾ ਕੀ ਹੋਊਗਾ ਸੋਇਲ ਦਾ ਕੋਹੈਜ਼ਨ। ਕਲੀਅਰ। ਹੁਣ ਮੂਵ ਕਰਦੇ ਹਾਂ ਇਹਦੇ ਲਿਮਿਟੇਸ਼ਨਸ ਤੇ ਇਹਦੇ ਪਲੱਸ ਪੁਆਇੰਟ ਕੀ ਨੇ ਦੂਸਰੇ ਟੈਸਟ ਨਾਲੋਂ, ਉਹ ਦੇਖਦੇ ਹਾਂ। ਜਿਹੜਾ ਆਪਾਂ ਹੁਣ ਤੱਕ ਟਰਾਈ ਐਕਸਿਲ ਟੈਸਟ ਪੜ੍ਹ ਕੇ ਹਟੇ, ਟੈਸਟ ਦਾ ਨਾਮ ਟਰਾਈ ਐਕਸਿਲ ਟੈਸਟ ਸੀਗਾ, ਤਾਂ ਜੇ ਜਿਹੜਾ ਆਪਾਂ ਟਰਾਈ ਐਕਸਿਲ ਟੈਸਟ ਪੜ੍ਹਿਆ, ਟਰਾਈ ਐਕਸਿਲ ਟੈਸਟ ਦੇ ਵਿੱਚ ਆਪਾਂ ਕਿਹੜੇ ਪਲੱਸ ਪੁਆਇੰਟਸ ਹੈ ਪਿਛਲੇ ਟੈਸਟ ਨਾਲੋਂ ਜਿਹੜਾ ਆਪਾਂ ਸ਼ੀਅਰ ਬਾਕਸ ਟੈਸਟ ਡਿਸਕਸ ਕੀਤਾ ਸੀਗਾ। ਹੁਣ ਇਹਦੇ ਵਿੱਚ ਆਪਾਂ ਕੀ ਕਿਹਾ ਸੀ ਵੀ ਜਿਹੜਾ ਸੈਂਪਲ ਉਹਦੇ ਤੇ ਸਾਰੇ ਪਾਸੋਂ ਲੋਡ ਅਪਲਾਈ ਕਰਦੇ ਆ,
ਤਾਂ ਹੁਣ ਉਹ ਲੋਡ ਅਪਲਾਈ ਹੋਣ ਤੋਂ ਬਾਅਦ ਇਹਦੇ ਵਿੱਚ ਜਿਹੜੇ ਡਾਇਮੈਂਸ਼ਨਸ ਆ ਉਹ ਥੋੜੇ ਥੋੜੇ ਚੇਂਜ ਕਰਨੇ ਸ਼ੁਰੂ ਹੋਣਗੇ। ਜੇ ਮੇਰਾ ਆਹ ਵਾਲਾ ਡਾਇਮੈਂਸ਼ਨ ਨੂੰ ਮੈਂ h0 ਲਿਖਾਂ ਤਾਂ ਇਹ ਡਾਇਮੈਂਸ਼ਨ ਕੁਛ ਨਾ ਕੁਛ ਚੇਂਜ ਹੋਊਗਾ। ਜਿਵੇਂ ਜਿਵੇਂ ਸੈਂਪਲ ਕੰਪਰੈਸ ਹੋਊਗਾ ਉਵੇਂ ਉਵੇਂ ਹੀ ਜਿਹੜੀ ਮੇਰੀ ਸੋਇਲ ਹੈ ਉਹਦੀ ਹਾਈਟ ਚੇਂਜ ਹੋਊਗੀ, ਉਹਦਾ ਵੋਲਿਊਮ ਚੇਂਜ ਹੋਊਗਾ। ਹਾਈਟ ਮੈਜ਼ਰ ਕਰਨ ਦੇ ਲਈ ਆਪਣਾ ਸਕੇਲ ਹੁੰਦਾ ਸਾਈਡ ਤੇ, ਜਿਹਦੇ ਨਾਲ ਆਪਾਂ ਹਾਈਟ ਚੇਂਜ ਮੈਜ਼ਰ ਕਰਦੇ ਹਾਂ। ਵੋਲਿਊਮ ਚੇਂਜ ਮੈਜ਼ਰ ਕਰਨ ਦੇ ਲਈ ਆਪਣੇ ਇਕਵਿਪਮੈਂਟਸ ਲੱਗੇ ਹੁੰਦੇ ਜਿਹੜੇ ਨਾਲ ਦੀ ਨਾਲ ਵੋਲਿਊਮ ਚੇਂਜ ਨੂੰ ਵੀ ਮੈਜ਼ਰ ਕਰਦੇ ਆ। ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ, ਹੁਣ ਮੇਰੇ ਕੋਲੇ h0 ਮੈਨੂੰ ਪਤਾ ਹੈ, ਡੈਲਟਾ h0 ਮੈਂ ਕੈਲਕੂਲੇਟ ਕਰ ਲਿਆ। ਸਿਮਿਲਰਲੀ ਮੇਰੇ ਕੋਲੇ v0 ਮੈਨੂੰ ਪਤਾ ਹੈ ਇਨੀਸ਼ੀਅਲੀ, ਡੈਲਟਾ v0 ਮੈਂ ਕੈਲਕੂਲੇਟ ਕਰ ਸਕਦਾ। ਹੁਣ ਇਸ ਕੇਸ ਦੇ ਵਿੱਚ ਜਦੋਂ ਮੈਂ ਸੋਇਲ ਉੱਤੇ ਲੋਡ ਅਪਲਾਈ ਕਰੂੰਗਾ ਤਾਂ ਸੋਇਲ ਦਾ ਕੁਛ ਨਾ ਕੁਛ ਏਰੀਆ ਚੇਂਜ ਹੋ ਸਕਦਾ ਹੈ। ਜੇ ਸੋਇਲ ਦਾ ਕੁਛ ਨਾ ਕੁਛ ਏਰੀਆ ਚੇਂਜ ਹੋਗਾ ਤਾਂ ਇਨ ਦੈਟ ਕੇਸ ਆਪਾਂ ਨੂੰ ਏਰੀਆ ਚੇਂਜ ਕੈਲਕੂਲੇਟ ਕਰ ਸਕਦੇ ਹਾਂ। ਆਪਾਂ ਇੱਥੋਂ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ, ਮੈਂ ਇਹ ਕਹਿ ਸਕਦਾ v0 ਕਿਵੇਂ ਕੱਢਿਆ ਹੋਊਗਾ ਆਪਾਂ, ਜਿੰਨਾ ਵੀ ਏਰੀਆ ਹੋਊਗਾ ਸ਼ੁਰੂ ਦੇ ਵਿੱਚ ਪਲੱਸ ਸ਼ੁਰੂ ਜੀ। ਇਸ ਇਕੁਏਸ਼ਨ ਨੂੰ ਜੇ ਆਪਾਂ ਕੰਸੀਡਰ ਕਰੀਏ ਫॉर द ਚੇਂਜ ਦ ਕੰਡੀਸ਼ਨਸ ਤਾਂ ਉਹ ਕਿਵੇਂ ਬਣੂਗੀ, v0 ਪਲੱਸ ਡੈਲਟਾ v ਚੇਂਜ ਹੋਗਾ ਕੁਛ ਨਾ ਕੁਛ ਇਜ਼ ਇਕੁਅਲ ਟੂ ਕਾਹਦੇ ਬਰਾਬਰ ਹੋਊਗਾ, ਨਵਾਂ ਏਰੀਆ ਚੇਂਜ ਹੋ ਗਿਆ ਹੋਊਗਾ a into h0 ਵੀ ਚੇਂਜ ਹੋ ਗਿਆ ਹੋਊਗਾ, h0 ਪਲੱਸ ਕੋਈ ਡੈਲਟਾ h ਦਾ ਚੇਂਜ ਆ ਗਿਆ ਹੋਊਗਾ। ਤਾਂ ਇਹਨੂੰ ਇੱਧਰ ਲੈ ਕੇ ਡਿਵਾਈਡ ਕਰ ਦਈਏ ਤਾਂ ਆਪਣੇ ਕੋਲ ਇਕੁਏਸ਼ਨ ਕੀ ਬਣ ਗਈ, v0 ਪਲੱਸ ਡੈਲਟਾ v ਓਵਰ h0 ਪਲੱਸ ਡੈਲਟਾ h ਇਜ਼ ਇਕੁਅਲ ਟੂ a। ओरिजिनल एरिया ਦੀ ਗੱਲ ਹੋ ਰਹੀ ਹੈ ਇੱਥੇ, ओरिजिनल एरिया ਆਪਣਾ ਇਹਦੇ ਬਰਾਬਰ ਆ ਗਿਆ। ਕਲੀਅਰ। ਜੇਕਰ ਮੈਂ ਸਾਰੀ ਇਕੁਏਸ਼ਨ ਨੂੰ ਸਟ੍ਰੇਨਸ ਦੇ ਵਿੱਚ ਕਨਵਰਟ ਕਰਾਂ, ਸਟ੍ਰੇਨਸ ਚ ਕਨਵਰਟ ਕਰ ਲਈਏ ਤਾਂ ਇੱਥੋਂ ਆਪਣੇ ਕੋਲੇ ਕੀ ਆ ਜਾਊਗਾ, ਦੇਖੋ ਜੇ ਮੈਂ ਸਾਰੀ ਇਕੁਏਸ਼ਨ ਨੂੰ v0 ਨਾਲ ਡਿਵਾਈਡ ਕਰਨਾ, v0 ਨਾਲ ਉੱਪਰ v0 ਨਾਲ ਨੀਚੇ ਦੋਨੇ ਪਾਸੇ ਡਿਵਾਈਡ ਕਰ ਦਈਏ ਤਾਂ ਉੱਥੇ ਕੀ ਹੋਊਗਾ, v0 1 ਡੈਲਟਾ v upon v ਕੀ ਬਣ ਜਾਊਗਾ, वॉल्यूमेट्रिक स्ट्रेन। v0 थल्ले आ गया, डेल्टा v upon v की हो गया वॉल्यूमेट्रिक स्ट्रेन। h0 प्लस डेल्टा h, h0 थल्ले चला गया, 1 प्लस डेल्टा h upon h की हो गया लॉन्गिट्यूडिनल स्ट्रेन बोल दिंदे इहनूं आपां। तो इधर की आ जाऊगा a, क्लियर। a दे अपॉन इधर डेल्टा a की चला जाऊगा, नीचे चला जाऊगा। इधरले पासे नीचे डिनोमिनेटर दे डिवाइड च सी तो इधरले पासे की हो जाऊगा, ਉੱਪਰਲੇ ਪਾਸੇ ਜਾ ਕੇ ਡਿਵਾਈਡ ਹੋ ਜਾਊਗਾ। ਕੀ ਕੀਤਾ ਆਪਾਂ ਇੱਥੇ ਬਾਟਮ ਦੇ ਨਾਲ h0 ਪਲੱਸ ਜਿਹੜਾ ਆਪਣਾ ਡੈਲਟਾ h ਸੀ ਉਹਨੂੰ ਆਪਾਂ ਡਿਵਾਈਡ ਕੀਤਾ ਕਿਹਦੇ ਨਾਲ, a0 into h0 ਨਾਲ। ਕਲੀਅਰ। ਤਾਂ ਹੁਣ ਡਿਨੋਮੀਨੇਟਰ ਦਾ ਡਿਵਾਈਡ ਹੈ, ਉਧਰ ਲੈ ਜਾ ਕੇ ਨਿਨੋਮੀਨੇਟਰ ਦੇ ਡਿਵਾਈਡ ਹੋ ਜਾਊਗਾ ਤਾਂ a0 ਇਧਰੋਂ ਦੂਸਰੀ ਸਾਈਡ ਚਲਾ ਗਿਆ। ਤਾਂ ਇਸ ਇਕੁਏਸ਼ਨ ਤੋਂ ਜੇ ਆਪਾਂ ਇਸੇ ਇਕੁਏਸ਼ਨ ਨੂੰ ਜਦੋਂ ਐਂਡ ਤੇ ਫਾਲੋ ਆਊਟ ਕਰਦੇ ਹਾਂ, ਐਂਡ ਤੇ ਦੇਖਦੇ ਹਾਂ, इस इक्वेशन ਨੂੰ ਜਦੋਂ ਆਪਾਂ ਹੋਰ ਸੋਲਵ ਕਰਾਂਗੇ ਤਾਂ ਆਪਣੇ ਕੋਲ ਐਂਡ ਤੇ ਇੱਕ ਫਾਈਨਲ ਇਕੁਏਸ਼ਨ ਬਚਦੀ ਹੈ, that is final area is equal to a0 into 1 plus epsilon v over 1 plus epsilon l। ਇੱਥੇ ਪਲੱਸ ਤੋਂ ਮਤਲਬ ਕੀ ਹੈ, ਆਪਾਂ ਸਾਰੇ ਜੇ ਤਾਂ ਪੋਜ਼ਿਟਿਵ ਸਟ੍ਰੇਨਸ ਹੈ ਤਾਂ ਪਲੱਸ ਲਵਾਂਗੇ, ਜੇ ਨੈਗੇਟਿਵ ਸਟ੍ਰੇਨਸ ਹੈ ਤਾਂ ਮਾਈਨਸ ਲਵਾਂਗੇ। ਯਾਨੀ ਕਿ ਜੇ ਤਾਂ ਵੋਲਿਊਮ ਘਟ ਰਿਹਾ ਤਾਂ ਉਸ ਕੇਸ ਦੇ ਵਿੱਚ ਇੱਥੇ ਮਾਈਨਸ ਆਊਗਾ, ਜੇ ਵੋਲਿਊਮ ਵਧ ਰਿਹਾ ਤਾਂ ਉਸ ਕੇਸ 'ਚ ਇੱਥੇ ਪਲੱਸ ਆਊਗਾ। ਤਾਂ ਹੁਣ ਇੱਥੋਂ ओरिजिनल ਏਰੀਆ ਨਿਕਲਿਆ ਆਪਣੇ ਕੋਲੇ 1 plus epsilon v over 1 plus epsilon l। ਇਨ ਕੇਸ ਮੇਰੇ ਕੋਲੇ ਜਿਹੜਾ ਚੇਂਜ ਇਨ ਵੋਲਿਊਮ ਹੈ ਉਹ ਮੈਂ ਅਲਾਉ ਨਹੀਂ ਕੀਤਾ, मतलब मैं ਜਿਹੜਾ ਅਨਡਰੇਨਡ ਟੈਸਟ ਦੀ ਗੱਲ ਕਰ ਰਿਹਾ ਹਾਂ, ਯਾਨੀ ਕਿ ਮੈਂ ਵਾਟਰ ਦਾ ਬਾਹਰ ਨਿਕਲਣਾ ਅਲਾਉ ਨਹੀਂ ਕੀਤਾ, ਤਾਂ ਉਸ ਕੇਸ ਦੇ ਵਿੱਚ ਵੋਲਿਊਮ ਚੇਂਜ ਨਹੀਂ ਹੋਊਗਾ। ਜੇ ਮੇਰਾ ਵੋਲਿਊਮ ਚੇਂਜ ਨਹੀਂ ਹੋਊਗਾ ਤਾਂ ਐਪਸਾਈਲਨ v 0 ਹੋ ਜਾਊਗਾ। ਤਾਂ ਇਨ ਦੈਟ ਕੇਸ a is equal to a0 over 1 plus epsilon l। ਧਿਆਨ ਰੱਖਣਾ ਇਹ ਕਿਹੜਾ ਕੇਸ ਹੈ, ਜਿਹੜੇ ਕੇਸ ਦੇ ਵਿੱਚ ਆਪਣਾ ਜਿਹੜਾ ਡੈਲਟਾ v ਹੈ ਉਹ is equal to 0 ਹੈ ਜਾਂ ਅਨਡਰੇਨਡ ਕੰਡੀਸ਼ਨ ਦੀ ਗੱਲ ਕਰ ਰਹੇ ਹਾਂ ਆਪਾਂ, ਵਾਟਰ ਦਾ ਬਾਹਰ ਨਿਕਲਣਾ ਅਲਾਉ ਨਹੀਂ ਕੀਤਾ। ਇਹ ਸਿਰਫ ਉਸੇ ਕੇਸ ਦੀ ਗੱਲ ਹੋ ਰਹੀ ਹੈ ਇੱਥੇ, ਅਨਡਰੇਨਡ ਕੰਡੀਸ਼ਨ ਦੀ। ਕਲੀਅਰ। ਤਾਂ ਇਹਦੇ ਵਿੱਚ ਧਿਆਨ ਕੀ ਦੇਣਾ, a0 into 1 plus epsilon v over 1 minus epsilon l। ਤਾਂ ਹੁਣ ਜੇ ਆਪਣਾ ਕੰਪਰੈਸਿਵ ਲੋਡਸ ਹੈ, ਜਿਹੜੇ ਕੰਪਰੈਸਿਵ ਲੋਡਸ ਲਈ ਜੇ ਆਪਾਂ ਗੱਲ ਕਰਦੇ ਹਾਂ, ਯਾਨੀ ਕਿ ਮੋਸਟਲੀ ਕੇਸਿਸ 'ਚ ਜੇ ਆਪਾਂ ਨੂੰ ਕੰਪਰੈਸਿਵ ਲੋਡਸ ਹੀ ਦੇਖਣ ਨੂੰ ਮਿਲਦੇ ਆ,
ਤਾਂ ਉਹਨਾਂ ਕੇਸਿਸ ਦੇ ਵਿੱਚ ਕੀ ਹੋਊਗਾ A is equal to A naught over 1 minus epsilon L। ਸਪੈਸੀਫਿਕਲੀ ਕਿਹੜੇ ਕੇਸ ਦੇ ਨੇ? ਕੰਪਰੈਸਿਵ ਲੋਡਸ ਦੇ ਲਈ। ਜੇ ਟੈਂਸਾਈਲ ਹੋਣਗੇ ਆ ਕੰਪਰੈਸਿਵ ਹੋਣਗੇ ਤਾਂ ਇਹ ਸੀਗਾ ਆਪਣਾ ਟਰਾਈ ਐਕਸਿਲ ਟੈਸਟ ਦੇ ਵਿੱਚ ਚੇਂਜ ਇਨ ਏਰੀਆ ਆਪਾਂ ਕਿਵੇਂ ਕੈਲਕੂਲੇਟ ਕਰਦੇ ਹਾਂ। ਤਾਂ ਹੁਣ ਇਹਦੇ ਵਿੱਚ ਆਪਾਂ ਦੇਖਿਆ ਕਿ ਚੇਂਜ ਇਨ ਵੋਲਿਊਮ ਪ੍ਰੈਕਟੀਕਲੀ ਮੈਜ਼ਰ ਹੋ ਗਿਆ, ਚੇਂਜ ਇਨ ਹਾਈਟ ਪ੍ਰੈਕਟੀਕਲੀ ਮੈਜ਼ਰ ਹੋ ਗਿਆ, ਚੇਂਜ ਇਨ ਏਰੀਆ ਆਪਾਂ ਕੈਲਕੂਲੇਟ ਕੀਤਾ। ਇਸ ਕੇਸ ਦੇ ਵਿੱਚ ਜਿਹੜਾ ਮਿਊ ਹੁੰਦਾ ਉਹ ਵੀ ਮੈਜ਼ਰ ਕਰ ਸਕਦੇ ਹੁੰਦੇ ਆਪਾਂ। ਪੋਰ ਵਾਟਰ ਪ੍ਰੈਸ਼ਰ ਮੈਜ਼ਰ ਕਰਨ ਲਈ ਡਿਵਾਈਸਿਸ ਲੱਗੀਆਂ ਹੁੰਦੀਆਂ ਨੇ। ਮਿਊ ਨੂੰ ਮੈਜ਼ਰ ਕਰ ਲਿਆ, V ਮੈਜ਼ਰ ਕਰ ਲਿਆ, H ਮੈਜ਼ਰ ਕਰ ਲਿਆ। ਇਹ ਤਿੰਨ ਚੀਜ਼ਾਂ ਮੈਜ਼ਰ ਹੁੰਦੀਆਂ ਨੇ ਜਦੋਂ ਆਪਾਂ ਟਰਾਈ ਐਕਸਿਲ ਟੈਸਟ ਨੂੰ ਕੰਡਕਟ ਕਰਵਾਉਂਦੇ ਹਾਂ। ਇਸ ਟੈਸਟ ਦੇ ਪਲੱਸ ਪੁਆਇੰਟਸ ਕੀ ਆ ਗਏ? ਡਰੇਨੇਜ ਕੰਡੀਸ਼ਨਸ ਕੰਟਰੋਲ ਕਰ ਲਈਆਂ, ਫੇਲਿਅਰ ਪਲੇਨ ਐਗਜ਼ੈਕਟਲੀ ਕਿੱਥੇ ਹੋਊਗਾ ਪਤਾ ਲੱਗ ਗਿਆ, ਪ੍ਰੀ ਡਿਟਰਮਾਈਨ ਨਹੀਂ ਕੀਤਾ। ਇਹਨੂੰ ਆਪਾਂ ਕਲੇਈ ਸੋਇਲ ਦੀ ਕੰਸੋਲੀਡੇਸ਼ਨ ਦੀ ਪ੍ਰੋਬਲਮ ਵੀ ਸੋਲਵ ਹੋ ਰਹੀ ਹੈ, ਇਹਨੂੰ ਆਪਾਂ ਕਲੇਈ ਸੋਇਲ ਵਾਸਤੇ ਵੀ ਯੂਜ਼ ਕਰ ਸਕਦੇ ਹਾਂ। ਕਲੀਅਰ? ਇਸੇ ਟਰਾਈ ਐਕਸਿਲ ਟੈਸਟ ਨੂੰ ਜਦੋਂ ਆਪਾਂ ਥੋੜਾ ਜਿਹਾ ਮੋਡੀਫਾਈ ਕਰਦੇ ਹਾਂ ਸਪੈਸੀਫਿਕਲੀ ਫॉर ਕਲੇਈ ਸੋਇਲ, ਦੇਖੋ ਕਿਵੇਂ। ਫॉर ਕਲੇਸ ਕੀ ਕਰਦੇ ਆ? ਕਲੇ ਦੇ ਲਈ ਕੀ ਕਰਦੇ ਨੇ? ਜੇ ਮੇਰੀ ਕਲੇ ਸੋਇਲ ਹੋਊਗੀ ਤਾਂ ਉਹਦੇ ਵਿੱਚ C ਹੋਊਗਾ, ਫਾਈ ਉਹਦਾ ਕੀ ਹੋਊਗਾ? 0 ਹੋਊਗਾ। ਜੇ ਆਪਣੀ ਕਲੇ ਸੋਇਲ ਹੋਊਗੀ ਤਾਂ ਉਹਦੇ ਲਈ ਅਨਕਨਫਾਈਨਡ ਟੈਸਟ ਕੰਡਕਟ ਕਰਾਉਂਦੇ ਨੇ। ਅਨਕਨਫਾਈਨਡ ਕੰਪਰੈਸਿਵ ਸਟਰੈਂਥ ਟੈਸਟ ਕੰਡਕਟ ਕਰਵਾਇਆ ਜਾਂਦਾ ਹੈ। ਅਨਕਨਫਾਈਨਡ ਕੰਪਰੈਸਿਵ ਸਟਰੈਂਥ ਟੈਸਟ ਤੋਂ ਆਪਾਂ ਨੂੰ ਨਾਮ ਹੀ ਪਤਾ ਲੱਗ ਰਿਹਾ ਹੈ, ਜਿਹਨੂੰ UCS ਟੈਸਟ ਵੀ ਬੋਲ ਦਿੰਦੇ ਨੇ। ਇਹਦੇ ਵਿੱਚ ਅਨਕਨਫਾਈਨਡ ਤੋਂ ਮਤਲਬ ਕਨਫਾਈਨਡ ਸਟੇਜ ਐਬਸੈਂਟ ਹੋਊਗੀ ਤੇ ਕੰਪਰੈਸਿਵ ਲੋਡ ਪਾਵਾਂਗੇ ਆਪਾਂ। ਤਾਂ ਕਨਫਾਈਨਡ ਸਟੇਜ ਜੇ ਐਬਸੈਂਟ ਹੋਊਗੀ, ਕਨਫਾਈਨਡ ਸਟੇਜ ਦੇ ਵਿੱਚ ਆਪਾਂ ਸਿਗਮਾ 3 ਅਪਲਾਈ ਕੀਤਾ ਸੀ, ਤਾਂ ਸਿਗਮਾ 3 ਦੀ ਵੈਲਿਊ ਕੀ ਹੋਗੀ? 0। ਤਾਂ ਇਸ ਕੇਸ ਦੇ ਵਿੱਚ ਮੇਰੀ ਟਾਓ ਕਾਦੇ ਬਰਾਬਰ? ਇਸ ਕੇਸ ਦੇ ਵਿੱਚ ਮੇਰਾ ਸਿਗਮਾ 1 ਕਾਦੇ ਬਰਾਬਰ ਆ ਗਿਆ? ਸਿਗਮਾ 3 0 ਹੋ ਗਿਆ ਤਾਂ ਪਹਿਲਾ ਵਾਲਾ ਸਾਰਾ ਕੰਪੋਨੈਂਟ 0 ਹੋ ਗਿਆ। ਤਾਂ 2C tan 45 plus 5/2। क्लियर? फाई की वैल्यू कितनी है इत्थे? 0 है, तो 0 हो गया, tan 45 रह गया, tan 45 1 आ गया। तो सिग्मा 1 इज इक्वल टू 2C। इत्थे सिग्मा 1 ਨੂੰ ਆਪਾਂ ਰਿਪਲੇਸ ਕਰਦੇ ਹਾਂ QU ਨਾਲ। QU इज इक्वल टू 2C। QU ਇੱਥੇ ਹੁੰਦੀ ਹੈ ਸੋਇਲ ਦੀ ਅਨਕਨਫਾਈਨਡ ਕੰਪਰੈਸਿਵ ਸਟਰੈਂਥ, ਯਾਨੀ ਕਿ ਜੇ ਸੋਇਲ ਨੂੰ ਆਪਾਂ ਸਾਰੇ ਪਾਸਿਓਂ ਕਨਫਾਈਨ ਨਹੀਂ ਕਰਦੇ ਤਾਂ ਉਹ ਕਿੰਨਾ ਵੱਧ ਤੋਂ ਵੱਧ ਕੰਪਰੈਸਿਵ ਲੋਡ ਹੈਂਡਲ ਕਰੂਗੀ, ਉਹਨੂੰ ਕੀ ਬੋਲਦੇ ਆ ਆਪਾਂ? QU ਇਜ਼ ਇਕੁਅਲ ਟੂ ਰੱਖਦੇ ਆ 2C ਦੇ। ਫਸਟ ਚੈਪਟਰ ਦੇ ਵਿੱਚ ਆਪਾਂ ਧਿਆਨ ਚ ਦੇਖੀਏ ਤਾਂ ਆਪਾਂ ਕੀ ਲਿਖਿਆ ਸੀਗਾ? ਸੈਂਸਿਟੀਵਿਟੀ ਲਿਖੀ ਸੀ, that is equal to QU of undisturbed soil over QU of disturbed soil। ਤਾਂ ਉਹ QU ਇੱਥੋਂ ਕੈਲਕੂਲੇਟ ਹੁੰਦਾ ਹੈ, ਯਾਨੀ ਕਿ ਸੋਇਲ ਦੀ ਜੇ ਆਪਾਂ ਸੈਂਸਿਟੀਵਿਟੀ ਜਿਵੇਂ ਫਸਟ ਚੈਪਟਰ 'ਚ ਲਿਖੀ ਸੀ, ਜੇ ਆਪਾਂ ਹੁਣ ਫਿਰ ਲਿਖੀਏ ਤਾਂ ਸੈਂਸਿਟੀਵਿਟੀ ਕੀ ਸੀ? QU undisturbed over QU disturbed। ਹੁਣ ਇੱਥੇ QU 2C ਦੇ ਬਰਾਬਰ ਹੈ, ਤਾਂ ਮੈਂ ਇਹ ਕਹਿ ਸਕਦਾ C of undisturbed over C of disturbed ਜਾਂ C of remolded। क्लियर? ਤਾਂ ਸੈਂਸਿਟੀਵਿਟੀ ਦਾ QU ਜੋ ਹੁੰਦਾ ਉਹ ਇੱਥੋਂ ਹੀ ਕੈਲਕੂਲੇਟ ਹੁੰਦਾ ਹੈ। ਇਸ ਟੈਸਟ ਵਿੱਚ ਆਪਾਂ ਮੇਨਲੀ ਫਾਈ ਨੂੰ ਇਗਨੋਰ ਕਰਦੇ ਹਾਂ, ਯਾਨੀ ਕਿ ਇਹ ਮੰਨ ਕੇ ਚੱਲਦੇ ਹਾਂ ਵੀ ਸੋਇਲ ਆਪਣੀ ਕੀ ਹੋਊਗੀ? ਪਿਓਰਲੀ ਕਲੇ ਹੋਊਗੀ। ਸਿਰਫ ਉਸੇ ਸੋਇਲ ਵਾਸਤੇ ਇਹ ਟੈਸਟ ਯੂਜ਼ ਹੋਊਗਾ। ਕਲੀਅਰ? ਅੱਜ ਆਪਾਂ ਦੋ ਟੈਸਟ ਪੜ੍ਹੇ, ਟਰਾਈ ਐਕਸਿਲ ਟੈਸਟ ਨੂੰ ਪੂਰੀ ਡਿਟੇਲ 'ਚ ਪੜ੍ਹਿਆ। ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜੇ ਬਾਕੀ ਟੈਸਟ ਪੈਂਡਿੰਗ ਨੇ ਉਹਨਾਂ ਟੈਸਟਾਂ ਬਾਰੇ ਸਟੱਡੀ ਕਰਾਂਗੇ। ਮੇਨਲੀ ਇੱਕ ਟੈਸਟ ਰਹਿ ਗਿਆ ਤੇ ਨਾਲ ਹੀ ਇਹਨਾਂ ਟੈਸਟਾਂ ਦੇ ਡਾਟੇ ਨੂੰ ਯੂਜ਼ ਕਰਕੇ ਜਿਹੜੇ ਸੋਇਲ ਦੀ ਸ਼ੀਅਰ ਸਟਰੈਂਥ ਵਾਲੇ ਗ੍ਰਾਫਸ ਫਾਰਮ ਹੁੰਦੇ ਨੇ ਉਹਨਾਂ ਗ੍ਰਾਫਸ ਦੀ ਗੱਲ ਕਰਾਂਗੇ। ਕਲੀਅਰ? ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰ ਲਿਓ। ਜਿਨ੍ਹਾਂ ਨੇ ਕੋਈ ਸਟੱਡੀ ਮਟੀਰੀਅਲ ਦੀ ਲੋੜ ਹੋਵੇ ਤਾਂ ਸਾਡੇ ਟੈਲੀਗ੍ਰਾਮ ਚੈਨਲ ਚੋਂ ਜਾਂ WhatsApp ਗਰੁੱਪ ਚੋਂ ਪਿਕ ਕਰ ਸਕਦੇ ਹੋ, ਜਿਹਦੇ ਲਿੰਕਸ ਨੀਚੇ ਡਿਸਕ੍ਰਿਪਸ਼ਨ 'ਚ ਗਿਵਨ ਨੇ। ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਤਾਂ ਕਿ ਮੈਕਸਿਮਮ ਸਟੂਡੈਂਟਸ ਨੂੰ ਇਹਦਾ ਬੈਨੀਫਿਟ ਮਿਲ ਸਕੇ। ਥੈਂਕ ਯੂ ਵੈਰੀ ਮਚ।